ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪੁਰਤਖ ਗੁਰੂ ਨਿਸਤਾਰੇ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਆਪਣੇ ਮਨਾਂ ਦੀਆਂ ਖਿੰਡੀਆਂ ਹੋਈਆਂ ਬਿਰਤੀਆਂ ਨੂੰ ਉਕਾਗਰ ਕਰਦੇ ਹੋਏ ਕਰੀਏ ਰਸਨਾ ਪਵਿੱਤਰ, ਬੋਲੀਏ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਦਾ ਸਦਕਾ ਆਪਾਂ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਗੋਦ ਦੇ ਵਿੱਚ ਬੈਠ ਕੇ ਅਗੰਮੀ ਇਲਾਹੀ ਬਾਣੀ ਨੂੰ ਸਮਝਣ ਦਾ ਮੌਕਾ ਮਿਲਿਆ। ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰਦੇ ਹਾਂ, ਕਿਉਂਕਿ ਕਰਮਾਂ ਭਾਗਾਂ ਤੋਂ ਬਿਨਾਂ ਇਹ ਸੁਭਾਗਾ ਸਮਾਂ ਪ੍ਰਾਪਤ ਨਹੀਂ ਹੁੰਦਾ। ਆਪਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਵਿਚਾਰ ਕਰ ਰਹੇ ਹਾਂ। ਗੁਰੂ ਨਾਨਕ ਬਾਬਾ ਜੀ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ ਕੱਲ੍ਹ ਤੱਕ 26 ਪੌੜੀਆਂ ਤੱਕ ਆਪਾਂ ਨੂੰ ਇੱਕ ਓੰਕਾਰ ਪ੍ਰਮਾਤਮਾ ਵਾਹਿਗੁਰੂ ਅੱਲਾ ਬੀਠਲ ਗੋਡ, ਉਹ ਸਭ ਦਾ ਮਾਲਕ ਆ, ਉਹਦੇ ਵੱਲ ਨੂੰ ਚਲਾਉਣ ਦੀ ਸਾਡੀਆਂ ਸੁਰਤਾਂ ਨੂੰ ਕੋਸ਼ਿਸ਼ ਕੀਤੀ ਆਪਾਂ ਇੱਥੇ ਤੱਕ ਸਮਝਣ ਦੀ ਬਾਣੀ। ਅੱਜ ਆਪਾਂ ਨੂੰ ਉਹ ਅਕਾਲ ਪੁਰਖ ਪ੍ਰਮਾਤਮਾ ਜੋ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਹੈ, ਉਹਦੇ ਸਾਖਸ਼ਾਤ ਦਰਸ਼ਨ ਕਰਾਉਣਗੇ ਕਿ ਉਹਦਾ ਕਿੱਡਾ ਵੱਡਾ ਦਰਬਾਰ ਆ, ਕਿਸ ਤਰ੍ਹਾਂ ਉਹ ਪ੍ਰਮਾਤਮਾ, ਕਿਉਂਕਿ ਅਚੰਭਾ ਹੋ ਜਾਂਦਾ ਨਾ ਬਈ ਇਹ ਧਰਤੀ ਸਾਰੀ ਘੁੰਮੀ ਜਾਂਦੀ ਆ, ਕਿਵੇਂ ਸੂਰਜ ਕਿਵੇਂ ਤਾਰੇ ਕੀ ਕੁਝ ਬਣਿਆ, ਇਹੋ ਜਿਹੀਆਂ ਪਤਾ ਨਹੀਂ ਧਰਤੀਆਂ ਕਿੰਨੀਆਂ, ਅਤੇ ਉਹ ਮਾਲਕ ਕਿਵੇਂ ਬੈਠਾ ਸਾਰਾ ਹਿਸਾਬ ਕਿਤਾਬ ਕਰਦਾ ਹੋਊ, ਕਿਵੇਂ ਹੋਊ, ਕਿਹੋ ਜਿਹਾ ਹੋਊ, ਕਿੱਥੇ ਬੈਠਾ ਹੋਊ। ਤਾਂ ਗੁਰੂ ਪਾਤਸ਼ਾਹ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਅੱਜ ਆਪਾਂ ਨੂੰ ਉਹ ਸਮਝਾਉਣਗੇ। ਆਓ ਮਨ ਬਿਰਤੀਆਂ ਬਿਲਕੁਲ ਇਕਾਗਰ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰੀਏ ਅਤੇ ਬੋਲੀਏ, ਕਰੀਏ ਰਸਨਾ ਪਵਿੱਤਰ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸੋ ਦਰ ਕੇਹਾ ਸੋ ਘਰ ਕੇਹਾ, ਜਿਤ ਬਹਿ ਸਰਬ ਸਮਾਲੇ। ਉਹ ਪਰਮਾਤਮਾ ਵਾਹਿਗੁਰੂ ਦਾ ਦਰ ਘਰ, ਉਹਦੇ ਬਾਰੇ ਕਿਵੇਂ ਜਾਣਿਆ ਜਾ ਸਕਦਾ, ਕਿੱਥੇ ਬੈਠ ਕੇ ਉਹ ਇੰਨੇ ਜੀਵਾਂ ਦੀ ਸੰਭਾਲਣਾ ਕਰਦਾ ਹੋਵੇਗਾ। ਬਾਜੇ ਨਾਦ ਅਨੇਕ ਅਸੰਖਾਂ, ਕੀਤੇ ਬਾਵਣ ਹਾਰੇ। ਹੁਣ ਇਸ ਤਰ੍ਹਾਂ ਥੋੜ੍ਹੀ ਜਿਹੀ ਉਦਾਹਰਨ ਜੀ ਬਣਾ ਲਈਏ ਕਿ ਗੁਰੂ ਨਾਨਕ ਬਾਬਾ ਜੀ ਸੱਚੇ ਪਾਤਸ਼ਾਹ, ਉਹਨਾਂ ਦੀ ਅਸੀਂ ਉਂਗਲੀ ਫੜੀ ਹੋਈ ਆ ਅਤੇ ਉਹ ਆਪਾਂ ਨੂੰ ਅਕਾਲ ਪੁਰਖ ਪਰਮਾਤਮਾ ਵੱਲ ਨੂੰ ਲਿਜਾ ਰਹੇ ਆ, ਅਤੇ ਰਸਤੇ ਦੇ ਵਿੱਚ ਦੇਵੀ ਦੇਵਤੇ ਸਾਰੇ ਗਾਉਂਦੇ ਉਸੇ ਨੂੰ ਹੀ ਗਾ ਰਹੇ ਆ, ਇਹ ਵੀ ਉਸੇ ਨੂੰ ਗਾ ਰਹੇ ਆ, ਇਹ ਵੀ ਉਸੇ ਨੂੰ, ਜੋ
ਇੱਕ ਓੰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਗੁਰੂ ਬਾਬਾ ਜੀ ਕਿ ਉਹਦਾ ਦਰ ਕਿਹਾ, ਉਹਦਾ ਘਰ ਕਿਹਾ ਜਿੱਥੇ ਬਹਿ ਕੇ ਸੰਭਾਲਣਾ ਕਰਦਾ। ਉਹਦੇ ਦਰ ਦੇ ਉੱਪਰ ਅਨੇਕਾਂ ਜੀਵਾਂ ਦੇ, ਅਸੰਖਾਂ ਜੀਵਾਂ ਦੇ ਬਾਜੇ ਵੱਜ ਰਹੇ ਆ ਮਾਰ ਕੇ, ਤੇ ਉਹ ਸਾਰਿਆਂ ਤੋਂ ਉੱਪਰ ਪਰਮਾਤਮਾ ਵਾਹਿਗੁਰੂ ਦਾ ਦਰਬਾਰ ਆ। ਕੇਤੇ ਰਾਗ ਭਰੀ ਸਿਉ ਕਹੀਅਨ ਕੇਤੇ ਗਾਵਣ ਹਾਰੇ। ਉਹਦੇ ਦਰਬਾਰ ਦੇ ਵਿੱਚ ਰਾਗ, ਰਾਗਣੀਆਂ, ਪਰੀਆਂ, ਪਤਾ ਨਹੀਂ ਕੀ ਕੁਝ ਆ, ਉਹਨੂੰ ਗਾ ਰਹੇ ਆ, ਉਹਨੂੰ ਧੰਨ ਧੰਨ ਕਹਿ ਰਹੇ ਹਨ। ਗਾਵੈ ਤੋਹਨੋ ਪੌਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਹੇ ਪ੍ਰਮਾਤਮਾ, ਹੇ ਵਾਹਿਗੁਰੂ, ਹੇ ਸੱਚੇ ਪਾਤਸ਼ਾਹ, ਤੁਹਾਨੂੰ ਪੌਣ ਵੀ ਗਾ ਰਹੀ ਆ, ਪਾਣੀ ਵੀ ਗਾ ਰਿਹਾ, ਬੈਸੰਤਰ ਅੱਗ ਵੀ ਗਾ ਰਹੀ ਆ। ਭਾਵ ਤੁਹਾਡੇ ਹੋਏ ਬਣਾਏ ਹੋਏ ਨਿਯਮਾਂ ਦੇ ਮੁਤਾਬਕ ਸਾਰੇ ਚੱਲ ਰਹੇ ਆ। ਗਾਵੈ ਰਾਜਾ ਧਰਮ ਦੁਆਰੇ, ਧਰਮ ਰਾਜਾ ਜੋ ਕਿਹਾ ਜਾਂਦਾ, ਸਾਡੇ ਲੇਖਾਂ ਦਾ ਜੋ ਹਿਸਾਬ ਕਿਤਾਬ ਕਰਦਾ, ਉਹ ਵੀ ਤੇਰੇ ਦੁਆਰੇ ਤੇ ਖੜਾ ਤੈਨੂੰ ਗਾ ਰਿਹਾ। ਉਹ ਵੀ ਧਰਮ ਦੇ ਭਾਵ ਕਿ ਸੱਚ ਦਾ ਹੀ ਜੀਵ ਦਾ ਲੇਖਾ ਹੁੰਦਾ। ਜੋ ਜੋ ਕਰਮ ਕਰਦਾ ਉਹ ਸੱਚੇ ਲੇਖ ਜਿਹੜੇ ਆ ਬਣਦੇ ਆ, ਉਹ ਵੀ ਤੇਰੇ ਦੁਆਰੇ ਤੇ ਤੈਨੂੰ ਗਾ ਰਿਹਾ, ਤੇਰੇ ਅਧੀਨ ਹੀ ਆ ਵਾਹਿਗੁਰੂ। ਗਾਵਹਿ ਚਿੱਤ ਗੁਪਤ ਲਿਖ ਜਾਣਹਿ, ਲਿਖ ਲਿਖ ਧਰਮ ਵਿਚਾਰੇ। ਚਿੱਤਰ ਗੁਪਤ ਜਿਹੜਾ ਕਹੇ ਜਾਂਦੇ ਆ, ਉਹ ਵੀ ਤੇਰੀ ਰਜਾ ਦੇ ਵਿੱਚ ਹੀ, ਉਹ ਵੀ ਤੈਨੂੰ ਗਾ ਰਹੇ ਆ। ਸਾਰੇ ਧਰਮ ਰਾਜਾ ਵੀ ਤੈਨੂੰ ਗਾ ਰਿਹਾ, ਚਿੱਤਰ ਗੁਪਤ ਵੀ ਤੈਨੂੰ ਗਾ ਰਹੇ ਹਨ। ਗਾਵਹਿ ਈਸ਼ਰ ਬਰਮਾ ਦੇਵੀ, ਸੋਹਨ ਸਦਾ ਸੁਬਾਰੇ। ਈਸ਼ਵਰ ਜੀ, ਬਰਮਾ ਜੀ, ਦੇਵੀ ਦੇਵਤੇ, ਇਹ ਸਾਰੇ ਤੈਨੂੰ ਗਾ ਰਹੇ ਹਨ। ਭਾਵ ਇਹ ਸਾਰਿਆਂ ਤੋਂ ਉੱਪਰ ਸਾਡੀ ਸੁਰਤ ਕਰ ਰਹੇ ਹਨ ਗੁਰੂ ਬਾਬਾ ਜੀ। ਗਾਵਹਿ ਇੰਦਰ ਦੈਸਣ ਬੈਠੇ, ਦੇਵਤਿਆਂ ਦਰ ਨਾਲੇ। ਇੰਦਰ, ਇੰਦਾਸਣ, ਇਹ ਸਾਰੇ ਬੈਠੇ ਦੇਵੀ ਦੇਵਤੇ ਤੇਰੇ ਦਰ ਤੇ ਤੈਨੂੰ ਗਾ ਰਹੇ ਆ, ਜਾਂ ਵਾਹਿਗੁਰੂ ਦੇ ਦਰ ਤੇ ਸਾਰੇ ਜਿਹੜੇ ਆ ਉਹ ਵਾਹਿਗੁਰੂ ਦੇ ਅਧੀਨ ਹੀ ਆ, ਇੱਕ ਓੰਕਾਰ ਦੇ ਅਧੀਨ ਹੀ। ਗਾਵਹਿ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਕਿੰਨੀਆਂ ਸਿੱਧੀਆਂ ਲਾ ਕੇ ਸਮਾਧੀਆਂ ਦੇ ਵਿੱਚ ਕਿੰਨੇ ਲੋਕ ਬੈਠੇ ਆ, ਪਤਾ ਨਹੀਂ ਕਿੰਨੇ ਕੋ ਵਾਹੇ ਵਾਹਿਗੁਰੂ ਤੈਨੂੰ ਗਾ ਰਹੇ ਆ, ਤੇਰੇ ਬਾਰੇ ਵਿਚਾਰਾਂ ਕਰ ਰਹੇ ਹਨ। ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ। ਬੜੇ ਬੜੇ ਜਤ ਵਾਲੇ, ਬੜੇ ਸਤਾਂ ਵਾਲੇ, ਬੜੇ ਬੜੇ ਸੰਤੋਖੀ ਪੁਰਖ ਤੈਨੂੰ ਵਾਹਿਗੁਰੂ ਜੀ ਗਾ ਰਹੇ ਆ। ਵੀਰ ਕਰਾਰੇ, ਬੜੇ ਬੜੇ ਯੋਧੇ, ਕਰਾਰੇ ਵਾਰ ਕਰਨ ਵਾਲੇ ਤੈਨੂੰ ਗਾ ਰਹੇ ਆ, ਤੇਰੇ ਦਰ ਤੇ ਖੜੇ। ਗਾਵਨ ਪੰਡਤ ਪੜਨ ਰਖੀਸਰ, ਜੁਗ ਜੁਗ ਵੇਦਾਂ ਨਾਲੇ। ਬੜੇ ਬੜੇ ਪੰਡਤ, ਪੜਨ ਵਾਲੇ, ਰਿਖੀ ਮੁਨੀ, ਇਹ ਪਤਾ ਨਹੀਂ ਕਦੋਂ ਕਦੋਂ ਹੈ ਵਾਹਿਗੁਰੂ ਸਾਰੇ ਤੈਨੂੰ ਹੀ ਗਾ ਰਹੇ ਹਨ। ਗਾਵਹਿ ਮੋਹਣੀਆਂ ਮਨ ਮੋਹਨ, ਸੁਰਗ ਮੱਛ ਪਏ ਆਲੇ। ਮੋਹਣੀਆਂ, ਸਵਰਗਾਂ ਦੀਆਂ ਮੋਹਣੀਆਂ ਜਿਹੜੀਆਂ ਕਹੀਆਂ ਜਾਂਦੀਆਂ, ਮਨ ਨੂੰ ਮੋਹਣ ਵਾਲੀਆਂ ਐਸੀਆਂ ਰਾਗ ਰਾਗਣੀਆਂ ਦੇ ਨਾਲ ਜਿਹੜੀਆਂ ਦੇਵੀਆਂ ਦੇਵਤੇ ਤੈਨੂੰ ਗਾ ਰਹੇ ਆ। ਸੁਰਗ, ਮੱਛ, ਪਿਆਲੇ, ਸੁਰਗਾਂ ਦੇ ਵਿੱਚ, ਪਾਤਾਲ ਦੇ ਵਿੱਚ, ਇਹ ਧਰਤੀ ਦੇ ਉੱਪਰ ਸਾਰੇ ਤੈਨੂੰ ਹੀ ਗਾ ਰਹੇ ਹਨ। ਗਾਵਨ ਰਤਨ ਪਾਏ ਤੇਰੇ, 68 ਤੀਰਥ ਨਾਲੇ। ਜਿੰਨੇ ਤੇਰੇ ਰਤਨ ਪੈਦਾ ਕੀਤੇ ਆ ਇਹ ਵਾਹਿਗੁਰੂ, ਜਿੰਨੀ ਤੇਰੀ ਸ੍ਰਿਸ਼ਟੀ ਪੈਦਾ ਕੀਤੀ ਆ, 68 ਤੀਰਥਾ ਸਾਰੇ ਹੀ ਤੈਨੂੰ ਗਾ ਰਹੇ ਹਨ। ਗਾਵਹਿ ਜੋਧ ਮਹਾਬਲ ਸੂਰਾ, ਗਾਵਹਿ ਖਾਣੀ ਚਾਰੇ। ਗੱਲ ਮੁੱਕਦੀ ਕਰੀਏ ਜੀ, ਜੋਧੇ, ਮਹਾਬਲੀ, ਸੂਰਮੇ, ਚਾਰੇ ਖਾਣੀਆਂ, ਸਾਰਾ ਕੁਝ ਤੈਨੂੰ ਹੀ ਗਾ ਰਿਹਾ, ਤੇਰੇ ਮੁਤਾਬਕ ਹੀ ਚੱਲ ਰਿਹਾ, ਤੇਰੇ ਅਸੂਲਾਂ ਦੇ ਬਣਾਏ ਹੋਏ ਅਸੂਲਾਂ ਦੇ ਮੁਤਾਬਕ ਚੱਲ ਕੇ ਤੈਨੂੰ ਗਾ ਰਹੇ ਹਨ। ਗਾਵਹਿ ਖੰਡ ਮੰਡਲ ਬਰ ਭੰਡਾ, ਕਰ ਕਰ ਰੱਖੇ ਤਾਰੇ। ਇਹ ਸਾਰੇ ਖੰਡ ਮੰਡਲ, ਜਿੰਨੀਆਂ ਧਰਤੀ ਲੋ, ਸਾਰਾ ਕੁਝ ਹੈ ਵਾਹਿਗੁਰੂ ਤੇਰੇ ਹੀ ਅਧੀਨ ਹੈ। ਸੇਈ ਤੁਧਨੋ ਗਾਵਹਿ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੇ ਵਾਹਿਗੁਰੂ,
ਉਹੀ ਤੈਨੂੰ ਗਾ ਸਕਦੇ ਆ ਜਿਹੜੇ ਤੈਨੂੰ ਭਾਉਣਾ ਚਾਹੁੰਦੇ ਆ। ਇਹ ਹਰ ਇੱਕ ਦੇ ਵੱਸ ਦਾ ਰੋਗ ਨਹੀਂ ਹੈ। ਹੇ ਵਾਹਿਗੁਰੂ, ਹੇ ਸੱਚੇ ਪਾਤਸ਼ਾਹ, ਉਹੀ ਤੇਰੀ ਕਿਰਪਾ ਦੇ ਨਾਲ ਗਾ ਸਕਦੇ ਆ। ਉਹਨਾਂ ਨੂੰ ਤੂੰ ਸਮਾਂ ਬਖਸ਼ਿਸ਼ ਕਰਦਾ, ਜਿਨ੍ਹਾਂ ਤੇ ਕਿਰਪਾ ਕਰ ਦਿੰਦਾ, ਉਹ ਜਿਹੜੇ ਤੈਨੂੰ ਭਾਉਣ ਦੇ ਵਾਸਤੇ ਕਿ ਅਸੀਂ ਚੰਗੇ ਬਣ ਜਾਈਏ, ਅਸੀਂ ਭਾ ਜਾਈਏ, ਰੱਤੇ ਤੇਰੇ ਉਹ ਤੇਰੇ ਰੰਗ ਵਿੱਚ ਰੰਗੇ ਜਾਂਦੇ ਆ। ਭਗਤ ਰਸਾਲੇ ਉਹ ਭਗਤ ਬਣ ਜਾਂਦੇ ਹਨ, ਉਹ ਰਸ ਵਾਲੇ ਬਣ ਜਾਂਦੇ ਹਨ, ਉਹ ਫੋਕੜੇ ਨਹੀਂ ਰਹਿੰਦੇ, ਉਹ ਮਨਮੁਖ ਤੋਂ ਗੁਰਮੁਖ ਬਣ ਜਾਂਦੇ ਹਨ। ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ। ਇਹ ਸਾਰਾ ਕੁਝ ਗਾ ਰਿਹਾ ਭਾਈਚਾਰੇ ਖਾਣੀਆਂ, ਸਾਰਾ ਕੁਝ ਹੀ ਉਹ ਪ੍ਰਮਾਤਮਾ ਦੇ ਅਧੀਨ ਆ। ਗੁਰੂ ਨਾਨਕ ਬਾਬਾ ਜੀ ਸਮਝਾ ਰਹੇ ਹਨ ਕਿ ਭਾਈ ਹੋਰ ਕੋਈ ਚਿੱਤ 'ਚੋਂ ਕਈ ਵਾਰੀ ਭੁੱਲ ਵੀ ਜਾਂਦੇ ਆਪਾਂ, ਜਿਵੇਂ ਕੋਈ ਨਾ ਬੋਲਣ ਲੱਗਿਆ ਵੀ ਭਾਈ ਕੋਈ ਨਾ ਰਹਿ ਤਾਂ ਨਹੀਂ ਗਿਆ ਕੋਈ, ਤੇ ਗੁਰੂ ਬਾਬਾ ਜੀ ਵੀ ਸਮਝਾ ਰਹੇ ਹਨ ਕਿ ਹੋਰ ਵੀ ਭਾਈ ਜੇ ਕੋਈ ਰਹਿ ਗਿਆ ਹੋਵੇ, ਮੈਂ ਚਿੱਤ ਨਾ ਆਵਨ, ਚਿੱਤ 'ਚ ਨਾ ਆਇਆ ਹੋਵੇ, ਪਰ ਉਹ ਸਾਰੀ ਸ੍ਰਿਸ਼ਟੀ ਉਹ ਪ੍ਰਮਾਤਮਾ ਨੂੰ ਗਾ ਰਹੀ ਹੈ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਸਦਾ ਵਾਸਤੇ, ਸਦਾ ਵਾਸਤੇ ਉਹ ਪ੍ਰਮਾਤਮਾ ਸੱਚ ਦੀ ਮੂਰਤ ਹੈ, ਸੱਚਾ ਹੈ, ਸਭ ਦਾ ਮਾਲਕ ਹੈ, ਜਿਹਦੇ ਬਾਰੇ ਆਪਾਂ ਨੂੰ ਜਾਣਕਾਰੀ ਦੇ ਰਹੇ ਹਨ, ਸਮਝਾ ਰਹੇ ਹਨ। ਕਿਉਂਕਿ ਸਾਡੀ ਉਹ ਪ੍ਰਮਾਤਮਾ ਤੋਂ ਪਈ ਹੋਈ ਵਿੱਥ ਆ ਜਿਹੜੀ, ਉਹਨੂੰ ਦੂਰ ਕਰਨਾ ਚਾਹੁੰਦੇ ਆ ਨਾ, ਸਚਿਆਰਾ ਬਣਾਉਣਾ ਚਾਹੁੰਦੇ ਆ ਗੁਰੂ ਬਾਬਾ ਜੀ। ਸਾਚਾ ਸਾਚੀ ਨਾਈ, ਉਹ ਪ੍ਰਮਾਤਮਾ ਹੀ ਸੱਚਾ ਹੈ, ਉਹਦਾ ਨਾਮ ਹੀ ਸੱਚਾ ਹੈ ਭਾਈ। ਹੈ ਭੀ ਹੋਸੀ ਜਾਏ ਨ ਜਾਸੀ, ਰਚਨਾ ਜਿਨ ਰਚਾਈ। ਉਹ ਪਰਮਾਤਮਾ ਵਾਹਿਗੁਰੂ ਹੁਣ ਵੀ ਹੈ, ਅੱਗੇ ਵਾਸਤੇ ਵੀ ਹੈ, ਸਦਾ ਵਾਸਤੇ ਹੈ। ਜਿਸ ਪਰਮਾਤਮਾ ਵਾਹਿਗੁਰੂ ਨੇ ਇਹ ਸਾਰੀ ਜਿਹੜੀ ਹੈ ਰਚਨਾ ਰਚਾਈ ਹੈ, ਜਿਹਨੇ ਪਰਮਾਤਮਾ ਨੇ ਸਾਰਾ ਕੁਝ ਬਣਾਇਆ, ਉਹ ਆਦ ਸੱਚ ਜੁਗਾਦ ਸੱਚ ਹੈ। ਭੀ ਸੱਚ ਨਾਨਕ ਹੋਸੀ, ਭੀ ਸੱਚ ਸਦਾ ਸੱਚ ਹੈ। ਰੰਗੀ ਰੰਗੀ ਪਾਤੀ ਕਰ ਕਰ, ਜਿਨਸੀ ਮਾਇਆ ਜਿਨ ਪਾਈ। ਰੰਗਾਂ ਰੰਗਾਂ ਦੀ ਉਹ ਪ੍ਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਆ। ਪਤਾ ਹੀ ਨਹੀਂ ਲੱਗਦਾ ਕਿਸ ਤਰ੍ਹਾਂ ਦੇ ਜੀਵ ਆ ਤੇ ਕਿਵੇਂ ਉਹ ਪ੍ਰਮਾਤਮਾ ਵਾਹਿਗੁਰੂ ਤੋਂ ਇਹ ਸਾਰੀ ਉਪਜ ਹੋਈ, ਉਹਨੇ ਪੈਦਾ ਕੀਤੀ ਸਾਰੀ ਸ੍ਰਿਸ਼ਟੀ। ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਉਹ ਸਾਰਾ ਕੁਝ ਕਰਕੇ ਸਾਰਿਆਂ ਨੂੰ ਬਣਾ ਕੇ ਉਹਨਾਂ ਨੂੰ ਦੇਖ ਵੀ ਰਿਹਾ। ਇਸ ਤਰ੍ਹਾਂ ਨਹੀਂ ਹੈ ਵੀ ਉਹਦੇ ਭੁਲੇਖੇ ਦੇ ਵਿੱਚ ਆ ਜਾਂ ਉਹਦੀ ਰੇਂਜ ਤੋਂ ਬਾਹਰ ਕੋਈ ਜੀਵ ਹੋ ਜਾਊਗਾ, ਨਹੀਂ। ਉਹ ਸਾਰਾ ਕੁਝ ਕਰਕੇ ਜੋ ਸ੍ਰਿਸ਼ਟੀ ਬਣਾਈ ਹੈ ਉਹਨੂੰ ਦੇਖ ਵੀ ਰਿਹਾ। ਉਹਦਾ ਸਿਸਟਮ ਹੀ ਇਸ ਤਰ੍ਹਾਂ ਦਾ ਅੰਦਰ ਹੀ ਫਿੱਟ ਕੀਤਾ ਹੋਇਆ ਮਨੁੱਖ ਦੇ, ਸਾਰੇ ਜੀਵਾਂ ਦੇ। ਉਸੇ ਢੰਗ ਦੇ ਨਾਲ ਉਹਨਾਂ ਦਾ ਜਿਹੜਾ ਹੈ ਜਨਮ ਮਰਨ ਹੁੰਦਾ, ਉਹ ਸਾਰੇ ਜੀਵਾਂ ਨੂੰ ਦੇਖ ਵੀ ਰਿਹਾ। ਇਹ ਉਹਦੀ ਸਭ ਤੋਂ ਵੱਡੀ ਵਡਿਆਈ ਹੈ ਜੀ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨ ਕਰਨਾ ਜਾਈ। ਫਿਰ ਐਸੇ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਦੇ ਅੱਗੇ ਝੁਕਣਾ ਹੀ ਫਾਇਦੇ 'ਚ, ਝੁਕਣਾ ਹੀ ਚੰਗਾ ਭਾਈ, ਨੀਵਾਂ ਹੋਣਾ ਹੀ ਚੰਗਾ। ਹੇ ਜੀਵ, ਆਪਣੀ ਹਉਮੈ ਨੂੰ ਛੱਡ ਕੇ ਉਹਦੇ ਹੁਕਮ ਨੂੰ ਮੰਨ ਲਾ, ਹੁਕਮ ਨਾ ਕਰਨਾ ਜਾਈ। ਐਸੇ ਪ੍ਰਮਾਤਮਾ ਦੇ ਹੁਕਮ ਨੂੰ ਮੰਨ ਕੇ ਆਨੰਦ ਲਿਆ ਜਾ ਸਕਦਾ, ਪਰ ਉਹਨੂੰ ਹੁਕਮ ਨਹੀਂ ਕੀਤਾ ਜਾ ਸਕਦਾ। ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਉਹ ਮਾਲਕਾਂ ਦਾ ਮਾਲਕ ਹੈ। ਨਾਨਕ ਰਹਿਣ ਰਜਾਈ, ਉਹਦੀ ਰਜਾ ਦੇ ਵਿੱਚ ਰਹਿਣਾ ਹੀ ਮਨੁੱਖ ਨੂੰ ਸੋਹੰਦਾ ਹੈ, ਸੋਭਦਾ ਹੈ। ਹੁਣ ਸਾਡੀ ਸੁਰਤ ਆ ਜਿਹੜੀ, ਉਹ ਸਾਰੀ ਗੁਰਮੁਖ ਪਿਆਰਿਓ ਦੇਵੀ ਦੇਵਤਿਆਂ ਤੋਂ ਸਾਰਿਆਂ ਤੋਂ ਉੱਪਰ ਇੱਕ ਤੱਕ ਲੈ ਗਏ। 1 ਬਰਾਬਰ 3 ਬਰਾਬਰ 33 ਕਰੋੜ। ਹੁਣ ਵਾਪਸ ਆਉਣਾ 33 ਕਰੋੜ 3 ਤੇ 1 ਤੱਕ ਸਾਨੂੰ ਸਾਡੀ ਸੁਰਤ ਨੂੰ ਵਾਪਸ ਲੈ ਜਾਂਦਾ। ਇੱਕ ਓੰਕਾਰ ਦੇ ਨਾਲ ਹੁਣ ਜੋੜਨਾ ਚਾਹੁੰਦੇ ਆ। ਹੁਣ ਜਿਹੜੀ ਅਗਲੀ ਪੌੜੀ ਆ, ਇਹ ਆਮ ਤੌਰ 'ਤੇ ਇਹ ਵੀ ਕਿਹਾ ਜਾਂਦਾ ਕਿ ਗੁਰੂ ਨਾਨਕ ਬਾਬਾ ਜੀ ਦੀ ਜੋਗੀਆਂ ਦੇ ਨਾਲ ਜਿਹੜੀ ਆ ਗੱਲਬਾਤ ਹੋਈ, ਤੇ ਪਰ ਆਪਾਂ
उस समझण दे वास्ते मन नूं जोगी समझ लेना कि जिहड़ा सानू पहला हुण नक्शा दिखाया गुरु नानक बाबा जी ने कि वो परमात्मा एक आ, सारे उहनूं गा रहे आ, ते उहदी फिर प्राप्ति किवें हो सकदी है, क्योंकि आपां अपने मन की घाड़त घड़ी जानी है, हौली हौली उच्चा होना, तो वो एक ओंकार की प्राप्ति वास्ते फिर अंदरला जिहड़ा शिंगार आ मुद्रां दा जां किहड़ा पाउणा वो किवें है, वो समझा रहे हैं गुरु नानक सच्चे पातशाह जी। मुंदा संतोख शर्म पत झोली ध्यान की करह बेपूत। ऐसे परमात्मा नूं जो एक ओंकार आ, वाहिगुरू आ, रंगां रूपां तो परे आ, एडा उहदा पसारा ते अंदर दी किरिया मन ने जाना, फिर मन ने की करना शिंगार मुंदा संतोख, मन नूं संतोख दियां मुंदरां पाउणियां पैणगियां। शर्म पत झोली, शर्म मेहनत, मेहनत दी झोली बना पाई। ध्यान की करह विभूत, हे जोगी जिहड़ी विभूति एक उदाहरण लै लईए जोगी दी, जिस तरह जोगियां दे कन्नां दे विच मुंदरां पाईयां हुंदियां, इधर मन ने मुंदरां पाउणियां संतोख दियां, ते ਉਹਦੇ ਕੋਲੇ ਝੋਲੀ ਹੁੰਦੀ ਹੈ, ਇੱਧਰ ਪਾਉਣੀ ਹੈ ਸ਼ਰਮ ਦੀ ਝੋਲੀ, ਭਾਵ ਮਿਹਨਤ ਕਰਨੀ ਹੈ ਸੱਚ ਦੇ ਰਸਤੇ ਤੇ ਚੱਲਣ ਦੀ ਮਨ ਨੇ। ਧਿਆਨ ਕੀ ਕਰਹਿ ਵਿਭੂਤ, ਫਿਰ ਵਿਭੂਤੀ ਲਾਈ ਹੁੰਦੀ ਹੈ ਜੋਗੀਆਂ ਦੇ, ਉਹ ਧਿਆਨ ਪਰਮਾਤਮਾ ਦੇ ਨਾਲ ਇੱਕ ਓੰਕਾਰ ਦੇ ਨਾਲ ਜੋ ਪਿੱਛੇ ਨਕਸ਼ਾ ਦਿਖਾਇਆ ਗੁਰੂ ਬਾਬਾ ਜੀ ਨੇ, ਉਹਦੇ ਨਾਲ ਉੱਥੇ ਜੋੜ ਕੇ ਰੱਖਣਾ। ਇਹ ਵਿਭੂਤੀ ਹੈ ਜਿਹੜੀ ਇਹ ਮਲਣੀ ਹੈ ਮਨ ਨੇ ਧਿਆਨ ਦੀ। ਖਿੰਥਾ ਕਾਲ कुआरी काया जुगत डंडा परतीत। फिर जोगियां दे कोल भाई एक खिंथा हुंदी है, एक गोदड़ी हुंदी है, वो बनाई हुंदी है भी भाई पता नहीं कित्थे मौत हो जानी है, किहड़े वेले मर जाना। इस तरह जोगियां दा विचार हुंदा, काल नूं याद रखना, मौत नूं याद रखना। गुरु बाबा जी समझा रहे हैं कि वो सदा वास्ते इस गल नूं याद रखना कि मैं रहना नहीं सदा, मैं हउमे नहीं करनी, मैं हंकार नहीं करना। ये मन ने काल नूं याद रखना। कुआरी काया जुगत, जुगतियां प्राप्त करके गुरबाणी तो साडे वास्ते ज्ञान दे नाल जुगतियां प्राप्त करके अपनी आत्मा नूं, अपनी काया नूं कुआरी रखना। डंडा प्रतीत, जोगियां दे कोल डंडा हुंदा, उन्हां दा मन्नना कि मन डंडे वांगू सीधा होना चाहिदा। प्रतीत, वो परमात्मा दी प्रतीत, परमात्मा ते भरोसा, ये तेरा डंडा होवे भाई। आई पंथी सगल जमाती मन जीता जग जीत। फिर जोगियां दे जिहड़े सी 12 पंथ मन्ने जांदे, उन्हां चों आई पंथ सब तो मेन सी, बड़ा सी, मशहूर सी। गुरु बाबा जी समझा रहे हैं मन दे आई पंथ यही है भाई, सगल जमाती, इस रास्ते ते आप भी चलना ते साडे सारे सगल जमाती आ, बाहरों कोई जात पात नहीं, बीबी आ, भैन आ, हिंदू आ, मुसलमान आ, सारे साडे जमाती हो सकते हैं जदों इस सच दे रास्ते ते चलना। गल इत्थे आ मन दी, मन जीता है जग जीत। इस मन नूं, क्योंकि मन तो सारे ही परेशान आ, असीं मन नूं जितना, मन नूं जिहने जित लिया समझ लो जगत नूं जित लिया भाई। आदेश तिसाय आदेश, आद अनील अनाद अनाहत, जुग जुग एको बेस। ओ परमात्मा अकाल पुरख वाहिगुरू नूं नमस्कार आ भाई, जो सारिਆਂ ਦੇ ਉੱਪਰ ਇੱਕ ਆ, ਇੱਕ ਓੰਕਾਰ ਆ। ਥੱਲਿਓਂ ਉੱਪਰ ਉੱਠਦੇ 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 ਉਹ ਆਦੇਸ਼ ਨਮਸਕਾਰ ਉਹ ਪ੍ਰਮਾਤਮਾ ਨੂੰ ਕਰਾ ਦਿੱਤਾ ਸਾਡਾ ਗੁਰੂ ਨਾਨਕ ਬਾਬਾ ਜੀ ਨੇ ਕਿਰਪਾ ਕਰਕੇ ਕਿ ਭਾਈ ਉਹ ਜਿਹੜਾ ਆਦ ਤੋਂ ਆ, ਅਨੀਲ, ਉਹਦੀ ਗਿਣਤੀਆਂ ਮਿਣਤੀਆਂ ਤੋਂ ਪਰੇ ਆ, ਦੋਸ਼ਾਂ ਤੋਂ ਪਰੇ ਆ। ਅਨਾਦ, ਉਹਦਾ ਕੋਈ ਪਤਾ ਨਹੀਂ ਕਦੋਂ ਤੋਂ ਕਿੱਥੇ ਤੱਕ ਆ, ਨਾ ਹੱਤ, ਉਹਦੀ ਹੱਤਿਆ ਨਹੀਂ ਹੋ ਸਕਦੀ, ਸਦਾ ਵਾਸਤੇ ਆ। ਯੁੱਗ ਯੁੱਗ ਇੱਕੋ ਬੇਸ, ਤੇ ਯੁੱਗ ਪਲਟਦੇ ਜਾਂਦੇ ਆ, ਤੁਰੇ ਜਾਂਦੇ ਆ, ਯੁੱਗ ਬਦਲਦੇ ਜਾਂਦੇ ਆ, ਪਰ ਉਹਦਾ ਇੱਕੋ ਹੀ ਬੇਸ ਆ, ਇੱਕੋ ਹੀ ਉਹ ਸੱਚ ਦੀ ਮੂਰਤ ਆ। ਉਹਦੀ ਹੱਤਿਆ ਨਹੀਂ ਹੋ ਸਕਦੀ। ਉਹ ਜਿਹੜਾ ਹੈ ਸ਼ੁੱਧ ਸਰੂਪ ਆ, ਉਸੇ ਪ੍ਰਮਾਤਮਾ ਨੂੰ ਨਮਸਕਾਰ ਕਰਨੀ ਹੈ ਭਾਈ। ਭੁਗਤ ਗਿਆਨ ਦਇਆ ਭੰਡਾਰਨ,
ਘਟ ਘਟ ਬਾਜਹਿ ਨਾਦ। ਫਿਰ ਭਾਈ ਜੋਗੀਆਂ ਦੇ ਕੋਲ ਇੱਕ ਹੁੰਦਾ ਚੂਰਮਾ, ਜਿਹੜਾ ਉਹ ਵਰਤਾਉਂਦੇ ਆ ਬੈਠ ਕੇ ਸੰਗਤ ਦੇ ਵਿੱਚ। ਅਸੀਂ ਮਨ ਰੂਪੀ, ਜਦੋਂ ਮਨਾਂ ਨੇ ਜੋਗੀ ਬਣਨਾ, ਜਦੋਂ ਮਨਾਂ ਨੇ ਕਲਾਸ ਲਾਉਣੀ ਆ ਗੁਰੂ ਬਾਬਾ ਜੀ ਦੀ ਕਚਹਿਰੀ ਦੇ ਵਿੱਚ, ਆਪਣੇ ਸਤ ਸੰਗਤ ਦੇ ਵਿੱਚ ਕਹਿ ਲਈਏ ਤਾਂ ਭੁਗਤ ਗਿਆਨ, ਉਹ ਭੁਗਤੀ, ਉਹ ਚੂਰਮਾ ਬੜਾ ਤਾਕਤਵਰ ਹੁੰਦਾ। ਅੱਗੇ ਕਹਿੰਦੇ ਪਿੰਨੀਆਂ ਪੁੰਨੀਆਂ ਉਹ ਇੱਕ ਵਾਰੀ ਖਾ ਕੇ ਫਿਰ ਸਾਰੀ ਦਿਹਾੜੀ ਭੁੱਖ ਨਹੀਂ ਲੱਗਦੀ ਸੀ। ਇੱਧਰ ਮਨ ਨੇ ਇਹ ਗਿਆਨ ਰੂਪੀ ਚੂਰਮਾ ਲੈਣਾ ਭਾਈ ਸਵੇਰ ਵੇਲੇ ਉੱਠ ਕੇ। ਭੁਗਤ ਗਿਆਨ, ਦਇਆ ਭੰਡਾਰਨ, ਤੇ ਦਇਆ ਨੇ ਵਰਤਾਉਣਾ, ਕਿਸੇ ਦੇ ਨਾਲ ਵਿਤਕਰਾ ਨਹੀਂ ਹੈ। ਦੇਖੋ ਹੁਣ ਗੁਰੂ ਬਾਬਾ ਜੀ ਜੋ ਸਮਝਾ ਰਹੇ ਆ ਸਾਰਿਆਂ ਦੇ ਵਾਸਤੇ, ਆਪਣੇ ਮੈਂ ਵੀ ਵਿੱਚੇ ਹੀ ਆ, ਮੈਂ ਵੀ ਇਹ ਸਿੱਖ ਰਿਹਾ, ਮੈਂ ਵੀ ਪ੍ਰਸ਼ਾਦ ਇਹ ਭੰਡਾਰਾ ਲੈਣ ਦੀ ਕੋਸ਼ਿਸ਼ ਕਰ ਰਿਹਾ। ਬਸ ਆਹੀ ਸਭ ਤੋਂ ਵਧੀਆ ਤਰੀਕਾ ਹੈ, ਦਇਆ ਦੇ ਨਾਲ, ਕਿਸੇ ਦੇ ਨਾਲ ਵਿਤਕਰਾ ਨਹੀਂ ਕਰਨਾ, ਸਾਰਿਆਂ ਦੇ ਨਾਲ ਪਿਆਰ ਦੇ ਨਾਲ ਬੈਠ ਕੇ ਵਿਚਾਰਨਾ। ਇਹ ਜਿਹੜਾ ਹੈ ਦਇਆ ਬਣ ਜਾਵੇ ਵਰਤਾਵੀ। ਘਟ ਘਟ ਬਾਜਹਿ ਨਾਦ। ਤੇ ਜਦੋਂ ਫਿਰ ਅੰਦਰ ਦਇਆ ਆ ਗਈ, ਜਦੋਂ ਅੰਦਰ ਆਤਮਿਕ ਗਿਆਨ ਆ ਗਿਆ, ਫਿਰ ਘਟ ਘਟ ਦੇ ਵਿੱਚੋਂ ਹਰ ਇੱਕ ਦੇ ਅੰਦਰੋਂ ਨਾਦ ਵੱਜਦਾ ਦਿਸ ਪਵੇਗਾ, ਸੁਣ ਪਵੇਗਾ। ਭਾਵ ਅਰਥ, ਜਦੋਂ ਆਤਮਿਕ ਗਿਆਨ ਹੋ ਜਾਵੇਗਾ ਫਿਰ ਕਿਸੇ ਦੇ ਨਾਲ ਵਿਤਕਰਾ ਨਹੀਂ ਕਰੇਗਾ, ਕਿਸੇ ਦੇ ਨਾਲ ਉੱਚੀ ਨੀਵੇਂ ਵਾਲੀ ਗੱਲ ਨਹੀਂ ਕਰੇਗਾ। ਸਾਰਿਆਂ ਦੇ ਵਿੱਚੋਂ ਰੱਬ ਦਿਸੇਗਾ ਕਿ ਇਹ ਵੀ ਪ੍ਰਮਾਤਮਾ ਦੀ ਜੋਤ ਆ, ਇਹ ਵੀ ਪ੍ਰਮਾਤਮਾ ਦੀ ਜੋਤ ਆ। ਉਹ ਜਿਹੜਾ ਹੈ ਨਾਦ ਵੱਜ ਰਿਹਾ, ਸਾਰਿਆਂ ਦੇ ਅੰਦਰੋਂ ਸੁਣ ਪਵੇਗਾ। ਆਪ ਨਾਥ ਨਾਥੀ ਸਭ ਜਾ ਕੀ, ਰਿੱਧ ਸਿੱਧ ਅਵਰਾ ਸਾਧ। ਫਿਰ ਇਹ ਜਿਹੜੇ ਜੋਗੀ ਵੀਰ ਆ ਇਹ ਆਮ ਤੌਰ 'ਤੇ ਰਿੱਧੀਆਂ ਸਿੱਧੀਆਂ 'ਤੇ ਜਾ ਕੇ, ਇੱਥੇ ਜਾਂ ਆਪਾਂ ਇਸ ਤਰ੍ਹਾਂ ਸਮਝ ਲਈਏ ਕਿ ਸਾਡੇ ਮਨ ਨੂੰ ਪਰਮਾਤਮਾ ਵਾਲੇ ਪਾਸੇ ਨੂੰ ਲਿਜਾਇਆ ਜਾ ਰਿਹਾ, ਉੱਚਾ ਕੀਤਾ ਜਾ ਰਿਹਾ। ਇੱਥੋਂ ਜਾਂਦਾ ਜਾਂਦਾ ਇੱਕ ਰੋਡ ਹੋਰ ਨਿਕਲਦਾ ਪਾਟ ਦਾ, ਇੱਥੇ ਰੁਕਣਾ ਨਹੀਂ, ਜਾਂ ਕਹਿ ਲਈਏ ਇੱਥੇ ਇੱਕ ਸਟਾਪ ਆ ਗਿਆ ਜਿੱਥੇ ਰਿੱਧੀਆਂ ਸਿੱਧੀਆਂ ਆ ਜਾਂਦੀਆਂ। ਤੇ ਗੁਰੂ ਬਾਬਾ ਜੀ ਇਹ ਸਮਝਾ ਰਹੇ ਹਨ ਕਿ ਇਦੋਂ ਉੱਪਰ ਜਾਣਾ ਸਿੱਖ ਨੇ, ਇੱਥੇ ਰੁਕਣਾ ਨਹੀਂ ਹੈ। ਇਹ ਰਿੱਧੀਆਂ ਸਿੱਧੀਆਂ ਦੇ ਸਵਾਦ 'ਚ ਨਹੀਂ ਪੈਣਾ, ਉਹ ਨਾਥ ਪ੍ਰਮਾਤਮਾ ਤੱਕ ਜਾਣਾ। ਆਪ ਨਾਥ ਨਾਥੀ ਸਭ ਜਾ ਕੀ। ਉਹ ਪ੍ਰਮਾਤਮਾ ਆਪ ਸਾਰੀ ਸ੍ਰਿਸ਼ਟੀ ਨੂੰ ਨੱਥਣ ਵਾਲਾ, ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ, ਉਸੇ ਪ੍ਰਮਾਤਮਾ ਨੇ ਜਿਹੜਾ ਹੈ ਨੱਥਿਆ ਹੋਇਆ, ਸਵਾਸਾਂ ਦੀ ਨੱਥ ਪਾਈ ਹੋਈ ਆ, ਸਾਰੇ ਉਹਨੇ ਬੰਨੇ ਹੋਏ ਆ। ਰਿੱਧ ਸਿੱਧ ਅਵਰਾ ਸਾਧ, ਰਿੱਧੀਆਂ ਸਿੱਧੀਆਂ, ਇੱਥੇ ਉਹ ਪ੍ਰਮਾਤਮਾ ਨੂੰ ਮਿਲਣਾ, ਅਕਾਲ ਪੁਰਖ ਨੂੰ। ਜਿਹੜੀਆਂ ਰਿੱਧੀਆਂ ਸਿੱਧੀਆਂ ਵਾਲਾ ਸਵਾਦ ਆ, ਇਹ ਰਸਤਾ ਇੱਥੋਂ ਨਿਕਲ ਜਾਂਦਾ, ਇਹ ਰਸਤੇ 'ਤੇ ਨਹੀਂ ਜਾਣਾ। ਇਹ ਅਵਰਾ ਸਾਧ, ਇਹ ਹੋਰ ਸਵਾਦ ਵਾਲੀਆਂ ਗੱਲਾਂ ਭਾਈ, ਇਹ ਵੀ ਦੁਨਿਆਵੀ ਰਹਿ ਜਾਂਦੀਆਂ, ਭਾਵ ਪਰਮ ਆਨੰਦ ਤੱਕ ਨਹੀਂ ਮਨੁੱਖ ਪਹੁੰਚ ਸਕਦਾ। ਸੰਜੋਗ ਵਿਜੋਗ ਦੋਇ ਕਾਰ ਚਲਾਵਹਿ, ਲੇਖੇ ਆਵਹਿ ਪਾਗ। ਸੰਜੋਗ ਤੇ ਵਿਜੋਗ, ਬਸ ਦੋ ਹੀ ਗੱਲਾਂ ਭਾਈ, ਜਾਂ ਸੰਜੋਗ ਆ ਤੇ ਜਾਂ ਵਿਜੋਗ ਆ। ਜਦੋਂ ਸੰਸਾਰ ਵੱਲੋਂ ਵਿਜੋਗ ਆ, ਪਦਾਰਥਾਂ ਵੱਲੋਂ ਵਿਜੋਗ ਆ, ਤੇ ਨਿਰੰਕਾਰ ਵੱਲ ਸੰਜੋਗ ਆ। ਜਦੋਂ ਉਧਰੋਂ ਵਿਜੋਗ ਆ ਤੇ ਫਿਰ ਇਧਰਲੇ ਪਾਸੇ ਮਨ ਲੱਗ ਜਾਂਦਾ। ਮਨ ਨੇ ਕਿਸੇ ਪਾਸੇ ਲੱਗਣਾ, ਦੋਨਾਂ ਪਾਸਿਆਂ ਤੋਂ ਇੱਕ ਪਾਸੇ। ਇਹ ਕਾਰ ਸਾਰੀ ਸ੍ਰਿਸ਼ਟੀ ਤੇ ਸੰਜੋਗਾਂ ਵਿਜੋਗਾਂ ਦੀ ਚੱਲ ਰਹੀ ਹੈ। ਸਾਡੇ ਵਿਜੋਗ ਦਾ ਮਤਲਬ ਵਿਛੜ ਜਾਣਾ, ਵਿਛੜੇ ਹੋਏ ਆ ਤੇ ਅਸੀਂ ਬਣਨਾ ਵਿੱਥ ਕੀ, ਉਹ ਦੂਰੀ ਜਿਹੜੀ ਹੈ ਖਤਮ ਕਰਨੀ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਸੰਜੋਗ ਕਰਨੇ ਆ। ਉਹ ਪ੍ਰਮਾਤਮਾ ਨੇ ਦੋ ਹੀ ਖੇਲ ਚੱਲ ਰਹੇ ਆ ਭਾਈ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਫਿਰ ਉਹ ਪ੍ਰਮਾਤਮਾ ਅਕਾਲ ਪੁਰਖ ਨੂੰ ਨਮਸਕਾਰ ਕਰਦੇ ਆ ਭਾਈ। ਨਮਸਕਾਰ ਕਰਨੀ ਚਾਹੀਦੀ ਹੈ, ਜਿਹੜਾ ਆਦ ਤੋਂ ਆ, ਅਨੀਲ ਆ, ਅਨਾਹਤ ਆ, ਤੇ ਜੁਗਾਂ ਜੁਗਾਂ ਤੋਂ ਇੱਕੋ ਹੀ ਰੂਪ ਦੇ ਵਿੱਚ ਹੈ, ਇੱਕ ਰਸ ਵਿਆਪਕ ਹੈ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ। ਫਿਰ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੋਂ ਪ੍ਰਸੂਤ ਹੋਈ ਮਾਇਆ, ਉਹਦੇ ਬਾਰੇ ਸਮਝਾ ਰਹੇ ਹਨ ਗੁਰੂ ਬਾਬਾ ਜੀ ਕਿ ਏਕਾ ਮਾਈ, ਇੱਕ ਮਾਈ, ਇੱਕ ਮਾਤਾ, ਜੁਗਤ ਵਿਆਈ, ਜੁਗਤੀ ਦੇ ਨਾਲ ਪ੍ਰਸੂਤ ਹੋਈ। ਤਿੰਨ ਚੇਲੇ ਪ੍ਰਵਾਨ, ਉਹਨੇ ਮੰਨਿਆ ਜਾਂਦਾ ਕਿ ਤਿੰਨ ਚੇਲੇ ਦਿੱਤੇ, ਤਿੰਨ ਚੇਲੇ ਪੈਦਾ ਕੀਤੇ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਇੱਕ ਸੰਸਾਰੀ, ਇੱਕ ਸੰਸਾਰ ਦੇ ਵਿੱਚ ਪੈਦਾ ਕਰਨ ਵਾਲੀ ਸ਼ਕਤੀ, ਇੱਕ ਰੋਜੀ ਰੋਟੀ ਦੇਣ ਵਾਲੀ ਸ਼ਕਤੀ, ਤੇ ਇੱਕ
ਖਤਮ ਕਰ ਦੇਣ ਵਾਲੀ ਸ਼ਕਤੀ। ਤਿੰਨ ਸ਼ਕਤੀਆਂ ਮੰਨੀਆਂ ਗਈਆਂ ਭਾਈ। ਉਹ ਮਾਇਆ ਪ੍ਰਸੂਤ ਹੋਈ, ਉਹਨੇ ਤਿੰਨ ਸ਼ਕਤੀਆਂ ਪੈਦਾ ਕੀਤੀਆਂ। ਜਿਵ ਤਿਸ ਪਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਪਰ ਸਮਝਣ ਵਾਲੀ ਗੱਲ ਇਹ ਹੈ ਭਾਈ, ਉਹ ਤਿੰਨ ਸ਼ਕਤੀਆਂ ਦੇ ਵੱਸ ਦੇ ਵਿੱਚ ਵੀ ਕੁਝ ਨਹੀਂ ਹੈ। ਉਹ ਜੇ ਮੰਨ ਵੀ ਲਈਏ ਤਾਂ ਉਹ ਡਿਊਟੀਆਂ ਉਹਨਾਂ ਦੀਆਂ, ਉਹਦੇ ਉੱਪਰ ਵੀ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹ ਤਿੰਨਾਂ ਤੋਂ ਉੱਪਰ ਹਨ। ਜਿਵ ਤਿਸ ਭਾਵੈ, ਜਿਵੇਂ ਉਹ ਅਕਾਲ ਪੁਰਖ ਨੂੰ ਭਾਉਂਦਾ, ਤਿਵੇਂ ਚਲਾਵੈ, ਉਹਨਾਂ ਨੂੰ ਵੀ ਤੇ ਸਾਰੀ ਸ੍ਰਿਸ਼ਟੀ ਨੂੰ ਉਸੇ ਤਰ੍ਹਾਂ ਹੀ ਚਲਾਉਂਦਾ। ਜਿਵ ਹੋਵੈ ਫਰਮਾਨ, ਉਹਦੇ ਫਰਮਾਨ ਨੂੰ ਲਾਗੂ ਕਰਨ ਵਾਲੇ ਤਾਂ ਹੋ ਸਕਦੇ ਆ, ਪਰ ਫਰਮਾਨ ਉਸੇ ਦਾ ਹੀ ਆ, ਪ੍ਰਮਾਤਮਾ ਦਾ। ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹੋ ਵਡਾਣ। ਉਹ ਪ੍ਰਮਾਤਮਾ ਵਾਹਿਗੁਰੂ ਸਾਨੂੰ ਤੇ ਉਹਨਾਂ ਤਿੰਨਾਂ ਨੂੰ ਦੇਖ ਰਿਹਾ, ਨਜ਼ਰ ਦੇ ਵਿੱਚ ਆ, ਪਰ ਸਾਨੂੰ ਉਹ ਪ੍ਰਮਾਤਮਾ ਦਿਸ ਨਹੀਂ ਰਿਹਾ। ਇਹੀ ਤਾਂ ਇੱਕ ਕੌਤਕ ਆ ਭਾਈ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਸੋ ਆਓ ਭਾਈ, ਨਿੱਕੀਆਂ ਨਿੱਕੀਆਂ ਸੁਰਤੀਆਂ ਤੋਂ ਉੱਠ ਕੇ, ਸਮਝ ਲਓ ਇੱਕ ਖੂਹ ਦੇ ਡੱਡੂ ਵਾਲੀ ਸੁਰਤੀ ਬਿਰਤੀ ਤੋਂ ਉੱਠ ਕੇ ਉਹ ਪ੍ਰਮਾਤਮਾ ਅਕਾਲ ਪੁਰਖ ਨੂੰ ਨਮਸਕਾਰ ਕਰੀਏ। ਆਸਣ ਲੋਏ ਲੋਏ ਭੰਡਾਰ, ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਹਰ ਜਗ੍ਹਾ ਤੇ ਆਸਣਾ, ਖੰਡਾਂ ਬ੍ਰਹਮੰਡਾਂ ਦੇ ਵਿੱਚ ਤੇ ਭੰਡਾਰੇ ਭਰੇ ਪਏ ਆ। ਜੋ ਕਿਛ ਪਾਇਆ ਸੋ ਏਕਾ ਬਾਰ। ਤੇ ਸਭ ਤੋਂ ਵੱਡੀ ਗੱਲ ਆ ਗੁਰਮੁਖ ਪਿਆਰਿਓ, ਉਹ ਪ੍ਰਮਾਤਮਾ ਨੇ ਜੋ ਪਾ ਦਿੱਤਾ ਨਾ, ਇੱਕੇ ਵਾਰ ਹੀ ਪਾ ਦਿੱਤਾ, ਬਸ ਉਹੀ ਵਧੀ ਫੁੱਲੀ ਜਾਂਦਾ। ਕਰ ਕਰ ਵੇਖੈ ਸਿਰਜਣਹਾਰ, ਉਹ ਆਪਣੀ ਸਾਰੀ ਸ੍ਰਿਸ਼ਟੀ ਨੂੰ ਬਣਾ ਕੇ ਦੇਖ ਰਿਹਾ, ਸਿਰਜਣਹਾਰ ਮਾਲਕ ਵਿਗਸ ਰਿਹਾ। ਨਾਨਕ ਸੱਚੇ ਸੱਚੇ ਕੀ ਸਾਚੀ ਕਾਰ, ਉਹ ਸੱਚੇ ਪ੍ਰਮਾਤਮਾ ਵਾਹਿਗੁਰੂ ਦੀ ਇਹ ਸਾਰੇ ਕਾਰ ਜੋ ਉਹ ਪ੍ਰਮਾਤਮਾ ਦੀ ਨਜ਼ਰ ਆ, ਬਖਸ਼ਿਸ਼ ਆ, ਸਾਰੇ ਸੱਚੇ ਦੀ ਹੋਈ ਆ ਭਾਈ। ਆਦੇਸ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਸੋ ਆਓ ਭਾਈ ਸਾਰੇ ਰਲ ਕੇ ਉਹ ਪ੍ਰਮਾਤਮਾ ਵਾਹਿਗੁਰੂ ਬਾਰੇ ਜਾਣੀਏ, ਉਹਨੂੰ ਆਦੇਸ਼ ਕਰੀਏ, ਉਹਨੂੰ ਨਮਸਕਾਰ ਕਰੀਏ, ਜੋ ਜੁਗਾਂ ਜੁਗਾਂ ਤੋਂ ਇੱਕ ਰਸ ਵਿਆਪਕ ਹੈ। ਇੱਕ ਦੂ ਜੀਵੋ ਲੱਖ ਹੋ ਹੈ, ਲੱਖ ਹੋਵੈ ਲੱਖ ਵੀਸ। ਫਿਰ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਇੱਕ ਜੀਵ ਦੇ ਨਾਲ ਕਿਵੇਂ ਜਪਿਆ ਜਾ ਸਕਦਾ, ਕਿਵੇਂ ਜਾਣਿਆ ਜਾ ਸਕਦਾ। ਇੱਕ ਜੀਵ ਤੋਂ ਦੋ ਹੋ ਜਾਣ, ਇੱਕ ਦੂ ਜੀਵੋ ਲੱਖ ਹੋ ਹੈ, ਲੱਖ ਹੋ ਜਾਣ, ਲੱਖ ਹੋਵੈ ਲੱਖ 20 ਲੱਖ ਜੀਵਾਂ ਬਣ ਜਾਣ। ਲੱਖ ਲੱਖ ਗੇੜਾ ਆਖੀਐ, ਹਰ ਜੀਵ ਇੱਕ ਇੱਕ ਲੱਖ ਗੇੜਾ ਦੇਵੇ, ਆਖੇ ਏਕ ਨਾਮ ਜਗਦੀਸ਼। ਉਹ ਪਰਮਾਤਮਾ ਦੇ ਨਾਮ ਨੂੰ ਏਤ ਰਾਹ ਪਤ ਪਵੜੀਆ, ਚੜਿਆ ਹੋਏ ਅਕੀਸ਼। ਪਰ ਉਹ ਪਰਮਾਤਮਾ ਨੂੰ ਜਾਣੇ ਤੋਂ ਬਿਨਾਂ, ਗੁਰੂ ਦੇ ਗਿਆਨ ਤੋਂ ਬਿਨਾਂ, ਸਮਝੇ ਤੋਂ ਬਿਨਾਂ ਇਹ ਰਾਹ ਤੇ ਨਹੀਂ ਚੱਲਿਆ ਜਾ ਸਕਦਾ ਭਾਈ। ਸਰੀਰਕ ਕਿਰਿਆਵਾਂ ਦੇ ਨਾਲ ਜਿਹੜੀ ਆ ਸੁਰਤੀਆਂ ਬਿਰਤੀਆਂ ਉੱਚੀਆਂ ਨਹੀਂ ਹੁੰਦੀਆਂ। ਇਹ ਰਾਹ ਗੁਰੂ ਬਾਬਾ ਜੀ ਸਮਝਾ ਰਹੇ ਹਨ। ਏਤ ਰਾਹ ਪਤ ਪਵੜੀਆਂ, ਪਤ ਦੀਆਂ ਇੱਜ਼ਤ ਦੀਆਂ ਪੌੜੀਆਂ ਚੜ੍ਹਨੀਆਂ, ਕਿਉਂਕਿ ਸਾਡਾ ਮਨ ਪੰਚ ਬਣਾਉਣਾ। ਚੜ੍ਹਿਆ ਹੋਏ ਅਕੀਸ਼, ਇਸ ਭਗਤੀ ਦੇ ਰਸਤੇ ਤੇ ਜੋ ਸੱਚੀ ਭਗਤੀ ਗੁਰੂ ਨਾਨਕ ਬਾਬਾ ਜੀ ਅੱਗੇ ਸਮਝਾਉਣਗੇ, ਉਹਦੇ ਨਾਲ ਚੜ੍ਹ ਕੇ ਪੌੜੀਆਂ ਤੇ ਹੋਏ ਅਕੀਸ਼। ਉਹ ਪ੍ਰਮਾਤਮਾ ਤੋਂ ਸਾਡੀ ਸੁਰਤ ਬਿਰਤੀ ਜਿਹੜੀ ਟੁੱਟੀ ਹੋਈ ਆ, ਆਤਮਾ ਤੇ ਪ੍ਰਮਾਤਮਾ ਦਾ ਉਹੀ ਬਿੱਥ ਪਈ ਹੋਈ ਹੈ, ਉਹਦੇ ਨਾਲ ਜੁੜ ਕੇ ਅਕੀਸ਼ ਇੱਕ ਹੋ ਸਕਦੇ ਆ ਭਾਈ। ਸੁਣ ਗੱਲਾਂ ਆਕਾਸ਼ ਕੀ, ਕੀਟਾ ਆਈ ਰੀਸ। ਦੇਖੋ ਭਾਈ, ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀਆਂ ਗੱਲਾਂ ਸਤ ਸੰਗਤ ਦੇ ਵਿੱਚ ਬੈਠ ਕੇ ਗੁਰਮੁਖਾਂ ਕੋਲੋਂ ਉੱਚੀਆਂ ਇੰਨੀਆਂ ਗੱਲਾਂ ਸੁਣ ਕੇ ਸਾਡੇ ਕੀੜਿਆਂ ਨੂੰ, ਸਾਡੇ ਕੀੜਿਆਂ ਵਰਗੇ ਮਨਾਂ ਨੂੰ ਵੀ ਐਂ ਰੀਸ ਲੱਗ ਗਈ। ਚੰਗੇ ਕੰਮ ਦੀ ਰੀਸ ਜ਼ਰੂਰ ਕਰਨੀ ਚਾਹੀਦੀ ਹੈ ਭਾਈ, ਮਾੜੇ ਕੰਮ ਦੀ ਰੀਸ ਤੋਂ ਬਚਣਾ ਚਾਹੀਦਾ। ਭਾਵ ਕਿ ਸਾਰਿਆਂ ਨੂੰ ਮੌਕਾ ਮਿਲਿਆ ਹੋਇਆ ਉਹ ਪ੍ਰਮਾਤਮਾ ਦੇ ਨਾਲ ਮਿਲ ਕੇ ਜੁੜ ਕੇ ਆਪਣੀ ਵਿੱਥ, ਆਪਣੀ ਦੂਰੀ ਖਤਮ ਕਰਕੇ ਵਧੀਆ ਆਨੰਦਿਤ ਜੀਵਨ ਬਤੀਤ ਕਰ ਸਕਦੇ ਹਾਂ। ਅਸੀਂ ਇੱਧਰਲੇ ਪਾਸੇ ਨੂੰ, ਨਾਮ ਵਾਲੇ ਪਾਸੇ ਨੂੰ, ਚੰਗੇ ਪਾਸੇ ਨੂੰ ਭਾਵੇਂ ਰੀਸ ਕਰਕੇ ਚੱਲ ਪਈਏ ਭਾਈ। ਨਾਨਕ ਨਦਰੀ ਪਾਈ ਹੈ,
ਕੂੜੀ ਕੂੜੈ ਠੀਸ। ਇੱਥੇ ਜਾ ਕੇ ਭਾਈ ਜਿਸ ਤਰ੍ਹਾਂ ਦੀ ਫਿਰ ਉੱਥੇ ਆ ਗਈ ਗੱਲ ਵੀ ਜਿਹੋ ਜੀ ਨੀਤ ਉਹੋ ਜੀ ਮੁਰਾਦ, ਜਿੰਨਾ ਗੁੜ ਪਾਉਣਾ ਉਨਾ ਮਿੱਠਾ, ਜਿਹੋ ਜੀ ਭਾਵਨਾ ਉਹੋ ਜੀ ਪ੍ਰਾਪਤੀ, ਨਾਨਕ ਨਦਰੀ ਪਾਈ ਹੈ। ਮਹਾਰਾਜ ਸੱਚੇ ਪਾਤਸ਼ਾਹ ਸਮਝਾ ਰਹੇ ਹਨ, ਉਹਦੀ ਬਖਸ਼ਿਸ਼ ਜਦੋਂ ਹੁੰਦੀ ਹੈ ਕੂੜੀ ਕੂੜਾ ਠੀਸ, ਝੂਠਾ ਥੱਲੇ ਰਹਿ ਜਾਂਦਾ ਤੇ ਸੱਚਾ ਜਿਹੜਾ ਉੱਪਰ ਚਲਿਆ ਜਾਂਦਾ। ਜੋ ਸੱਚ ਨਾਲ ਜੁੜ ਜਾਂਦਾ, ਜੋ ਨਾਮ ਨਾਲ ਜੁੜ ਜਾਂਦਾ, ਉਹ ਜੀਵਨ ਦੀ ਬਾਜੀ ਆਪਣੀ ਜਿੱਤ ਕੇ ਇੱਥੋਂ ਵਧੀਆ ਆਪਦਾ ਜੀਵਨ ਬਤੀਤ ਕਰਕੇ ਜਾਂਦਾ। ਆਖਣ ਜੋਰ ਚੁਪੈ ਨਹਿ ਜੋਰ। ਫਿਰ ਉਹ ਆਪਣੀ ਹਉਮੈ ਨੂੰ, ਗੱਲ ਚੱਲਦੀ ਹੈ ਨਾ ਜਿੱਥੇ ਸ਼ੁਰੂ ਤੋਂ ਚੱਲੀ ਆ ਵੀ ਹਉਮੈ ਨੂੰ ਕੱਢ ਦਿੰਦਾ। ਉਹ ਸਮਝਦਾ ਕਿ ਮੇਰਾ ਕੋਈ ਜ਼ੋਰ ਹੀ ਨਹੀਂ, ਕਿਉਂਕਿ ਮੇਰਾ ਬੋਲਣ ਦੇ ਵਿੱਚ ਦੇਖੋ ਗੁਰਮੁਖੋ, ਸਵੇਰੇ ਵੇਲੇ ਆਪਾਂ ਉੱਠੇ ਆ, ਹੁਣ ਕਿੰਨੇ ਬੰਦੇ ਆ ਜਿਹੜੇ ਰਾਤ ਪਏ ਰਹਿ ਗਏ ਹੋਣਗੇ, ਕੋਈ ਜ਼ੋਰ ਤਾਂ ਨਹੀਂ ਸੀ ਆਪਣਾ। ਰਾਤ ਨੂੰ ਸੁੱਤੇ ਪਿਆਂ ਤੋਂ ਬਾਅਦ ਉਹ ਪ੍ਰਮਾਤਮਾ ਨੇ ਗੁਪਤ ਪਹਿਰਾ ਲਾਇਆ ਸਾਡੇ ਤੇ, ਉਹ ਜਿਹੜੇ ਸਾਡੇ ਸਵਾਸ ਚੱਲਦੇ ਰਹੇ, ਸਾਡਾ ਦਿਲ ਧੜਕਦਾ ਰਿਹਾ, ਸਾਡਾ ਕੋਈ ਜ਼ੋਰ ਥੋੜ੍ਹੀ ਹੈ। ਇੱਥੇ ਆ ਕੇ ਨਿਮਾਣਾ ਹੋ ਜਾਂਦਾ ਮਨ, ਨਿਤਾਣਾ ਹੋ ਜਾਂਦਾ ਮਨ, ਫਿਰ ਗੁਰੂ ਦੀ ਕਿਰਪਾ ਪ੍ਰਾਪਤ ਕਰਨ ਜੋਗਾ ਹੋ ਜਾਂਦਾ। ਆਖਣ ਜ਼ੋਰ, ਹੁਣ ਆਖਣ ਦੇ ਵਿੱਚ, ਬੋਲਣ ਦੇ ਵਿੱਚ ਕੋਈ ਜ਼ੋਰ ਥੋੜ੍ਹੀ ਹੈ, ਹੁਣੇ ਜ਼ੁਬਾਨ ਰੁਕ ਵੀ ਸਕਦੀ ਹੈ। ਉਹ ਪ੍ਰਮਾਤਮਾ ਦਾ ਹੀ ਸਾਰਾ ਪਤਾ ਨਹੀਂ ਕੀ ਸਿਸਟਮ ਬਣਾਇਆ, ਕਿਸ ਤਰ੍ਹਾਂ ਦੀ ਜੀਭ ਦਿੱਤੀ ਆ ਜਿਹੜੀ ਇਹ ਬੋਲੀ ਜਾਂਦੇ ਆ, ਕਦੋਂ ਬੋਲਣੋਂ ਬੰਦ ਹੋ ਜਾਣਾ, ਨਹੀਂ ਕੋਈ ਜ਼ੋਰ। ਚੁੱਪੈ ਨਹਿ ਜੋਰ, ਫਿਰ ਇਹ ਵੀ ਨਹੀਂ ਸਾਡਾ ਕੋਈ ਜ਼ੋਰ ਮਨ ਚੁੱਪ ਕਰ ਜਾਵੇ, ਮਨ ਬੋਲੇ, ਮਨ ਚੁੱਪ ਕਰੇ, ਇਹ ਸਾਡਾ ਕੋਈ ਜ਼ੋਰ, ਸਾਡਾ ਆਪ ਦਾ ਕੋਈ ਧੱਕਾ ਨਹੀਂ ਚੱਲ ਸਕਦਾ। ਜ਼ੋਰ ਨਾ ਮੰਗਣ ਦੇਣ ਨਾ ਜ਼ੋਰ। ਉਹ ਪਰਮਾਤਮਾ ਤੋਂ ਕਿਸੇ ਚੀਜ਼ ਨੂੰ ਜ਼ੋਰ ਦੇ ਨਾਲ ਮੰਗਿਆ ਵੀ ਨਹੀਂ ਜਾ ਸਕਦਾ ਤੇ ਕਿਸੇ ਨੂੰ ਜ਼ੋਰ ਦੇ ਨਾਲ ਦਿੱਤਾ ਵੀ ਨਹੀਂ ਜਾ ਸਕਦਾ। ਇਹ ਗਿਆਨ ਵੀ ਜਿਹੜਾ ਹੈ ਨਾ, ਆਪਾਂ ਬੈਠ ਕੇ ਪ੍ਰਚਾਰ ਲੈਣਾ, ਬੈਠ ਕੇ ਸਮਝ ਲੈਣਾ, ਇਹ ਗਿਆਨ ਵੀ ਜਿਹੜਾ ਹੈ ਇਹ ਦਿੱਤਾ ਨਹੀਂ ਜਾ ਸਕਦਾ, ਇਹ ਲਿਆ ਜਾ ਸਕਦਾ। ਦੇਣ ਦੇ ਵਿੱਚ ਜ਼ੋਰ ਨਹੀਂ, ਫਿਰ ਤਾਂ ਹੁਣ ਸਾਰੇ ਹੀ ਗਿਆਨੀ ਹੁੰਦੇ। ਇਹ ਪਰਮਾਤਮਾ ਦੀ ਉਹ ਖੇਡ ਆ ਸਾਰੀ, ਸਾਡਾ ਕੋਈ ਜ਼ੋਰ ਨਹੀਂ। ਜ਼ੋਰ ਨਾ ਜੀਵਨ ਮਰਨ ਨਹਿ ਜੋਰ। ਹੇ ਜੀਵ ਕਿਉਂ ਹਉਮੈ ਕਰਦਾ ਫਿਰਦਾ, ਤੇਰੇ ਜੀਵਨ ਦੇ ਵਿੱਚ ਵੀ ਤੇਰਾ ਕੋਈ ਜ਼ੋਰ ਨਹੀਂ। ਉਹ ਪ੍ਰਮਾਤਮਾ ਨੇ ਬਖਸ਼ਿਸ਼ ਕੀਤਾ, ਤੈਨੂੰ ਜੀਵਨ ਦਿੱਤਾ, ਮਰਨ ਨਹਿ ਜੋਰ। ਹੁਣ ਤੇ ਮਰਨ ਦੇ ਵਿੱਚ, ਮੌਤ ਦੇ ਵਿੱਚ ਵੀ ਤੇਰਾ ਕੋਈ ਜ਼ੋਰ ਨਹੀਂ ਚੱਲਣਾ, ਕੋਈ ਧੱਕਾ ਨਹੀਂ ਚੱਲਣਾ। ਜ਼ੋਰ ਨਾ ਰਾਜ ਮਾਲ ਮਨ ਸ਼ੋਰ। ਤੇ ਰਾਜ ਵਾਸਤੇ, ਮਾਲ ਜਿਹੜਾ ਪਦਾਰਥਾਂ ਦੀ ਪ੍ਰਾਪਤੀ ਵਾਸਤੇ, ਇਹ ਤਾਂ ਐਵੇਂ ਮਨ ਦਾ ਸ਼ੋਰ ਆ। ਗੁਰੂ ਬਾਬਾ ਜੀ ਸਮਝਾ ਰਹੇ ਹਨ, ਜ਼ੋਰ ਕੋਈ ਨਹੀਂ ਮਨੁੱਖ ਦਾ ਚੱਲ ਸਕਦਾ। ਜ਼ੋਰ ਨਾ ਸੁਰਤੀ ਗਿਆਨ ਵਿਚਾਰ। ਤੇ ਫਿਰ ਕੋਈ ਜ਼ੋਰ ਆਇਮ ਨਹੀਂ ਚੱਲ ਸਕਦਾ ਵੀ ਗਿਆਨ ਦੀ ਵਿਚਾਰ ਕਰ ਲਈਏ। ਆ ਵੀ ਕੋਈ ਆਪਾਂ ਆਪਣੇ ਜ਼ੋਰ ਦੇ ਨਾਲ ਨਹੀਂ ਕਰ ਰਹੇ, ਸਿਰਫ ਇੱਕ ਉਹ ਪ੍ਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਛੋਟਾ ਜਿਹਾ ਉਪਰਾਲਾ ਕੀਤਾ, ਆਪਾਂ ਕੌਣਾ ਕਰਨ ਵਾਲੇ। ਇਹ ਗਿਆਨ ਧਿਆਨ ਦੀਆਂ ਗੱਲਾਂ ਵੀ ਜ਼ੋਰ ਨਾਲ, ਧੱਕੇ ਨਾਲ ਨਹੀਂ ਕੀਤੀਆਂ ਜਾ ਸਕਦੀਆਂ। ਇਹ ਵੀ ਆਨੰਦ ਦੇ ਨਾਲ, ਜਿਹੜਾ ਸੁਣੇਗਾ ਨਾ ਚਾਉ ਦੇ ਨਾਲ ਬਾਣੀ, ਉਹਦੇ ਅੰਦਰ ਹੀ ਅਸਰ ਹੋਵੇਗਾ। ਇਹ ਜ਼ੋਰ ਵਾਲਾ ਕੰਮ, ਧੱਕੇ ਵਾਲਾ ਕੰਮ ਨਹੀਂ ਹੈ। ਗਿਆਨ ਦੀ ਵਿਚਾਰ ਨਹੀਂ ਕੀਤੀ ਜਾ ਸਕਦੀ। ਜ਼ੋਰ ਨਾ ਜੁਗਤੀ ਛੁਟੈ ਸੰਸਾਰ। ਸਾਰਾ ਸੰਸਾਰ ਆਪਦੀਆਂ ਜੁਗਤੀਆਂ ਨਾਲ, ਆਪਦੇ ਜ਼ੋਰ ਨਾਲ, ਜਿਹੜਾ ਮਾਇਆ ਦੇ ਤੰਦਾਂ ਦੇ ਵਿੱਚ, ਜਿਹੜਾ ਤਿੰਨਾਂ ਦੇ ਵਿੱਚ ਫਸਿਆ ਹੋਇਆ, ਮਾਇਆ ਪਦਾਰਥਵਾਦੀ ਜਿਹੜਾ ਹੈ ਮਨ ਫਸਿਆ ਹੋਇਆ, ਸੰਸਿਆਂ ਦੇ ਵਿੱਚ, ਵਹਿਮਾਂ ਦੇ ਵਿੱਚ, ਤੌਖਲਿਆਂ ਦੇ ਵਿੱਚ, ਆਪਣੇ ਜ਼ੋਰ ਨਾਲ ਨਹੀਂ ਨਿਕਲ ਸਕਦਾ। ਜਿਸ ਹੱਥ ਜੋਰ ਕਰ ਵੇਖੈ ਸੋਏ। ਤੇ ਫਿਰ ਨਿਕਲ ਸਕਦਾ ਵੀ ਹੈ, ਹਾਂ ਨਿਕਲ ਸਕਦਾ। ਉਹ ਪ੍ਰਮਾਤਮਾ ਦੇ ਹੱਥ ਦੇ ਵਿੱਚ ਜ਼ੋਰ ਆ। ਉਹ ਵਾਹਿਗੁਰੂ ਕਿਰਪਾ ਕਰ ਦੇਣ ਤਾਂ ਉਹ ਜਿਹੜਾ ਹੈ ਜਿਸ ਹੱਥ ਜੋਰ ਕਰ ਵੇਖੈ ਸੋਏ, ਉਹ ਪਰਮਾਤਮਾ ਹੀ ਸਾਰਾ ਕੁਝ ਕਰ ਕਰਕੇ ਵੇਖ ਰਿਹਾ। ਉਹਦੇ ਨਾਲ ਜੁੜ ਕੇ ਅਸੀਂ ਸੰਸਿਆਂ ਤੋਂ, ਸੰਸਾਰ ਤੋਂ ਛੁੱਟ ਸਕਦੇ ਹਾਂ। ਨਾਨਕ ਉੱਤਮ ਨੀਚ ਨਾ ਕੋਏ। ਗੁਰੂ ਨਾਨਕ ਬਾਬਾ ਜੀ ਸਮਝਾ ਰਹੇ ਹਨ, ਜਿਹੜੇ ਸੰਸਿਆਂ ਤੋਂ ਛੁੱਟ ਗਏ, ਜਿਹੜੇ ਜਿਨ੍ਹਾਂ ਦੀ ਕੂੜ ਦੀ ਪਾਲ ਟੁੱਟ ਗਈ, ਜਿਹੜੇ ਜਿਨ੍ਹਾਂ ਦੇ ਵਿਚਾਰ ਉੱਚੇ ਹੋ ਗਏ, ਨਾਨਕ ਉੱਤਮ ਨੀਚ ਨਾ ਕੋਈ। ਉਹ ਉੱਤਮ ਹੋ ਜਾਂਦੇ ਆ, ਉਹ ਨੀਚ ਨਹੀਂ ਰਹਿੰਦੇ, ਉਹ ਉੱਚੇ ਵਿਚਾਰਾਂ ਵਾਲੇ ਹੋ ਜਾਂਦੇ ਆ ਭਾਈ, ਜਿਹੜੇ ਉਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਨਾਲ ਜੁੜ ਜਾਂਦੇ ਆ। ਇੱਥੇ ਤੱਕ 32 ਪੌੜੀਆਂ ਦੀ ਵਿਚਾਰ ਹੋ ਚੁੱਕੀ ਹੈ। ਅੱਗੇ ਫਿਰ ਜਿਹੜਾ 5 ਖੰਡਾਂ ਦਾ ਜ਼ਿਕਰ ਆਵੇਗਾ, ਉਹਦੀ ਵਿਚਾਰ ਗੁਰਮੁਖ ਪਿਆਰਿਓ ਆਪਾਂ ਕੱਲ੍ਹ ਨੂੰ ਕਰਾਂਗੇ। ਇੱਥੇ ਤੱਕ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ ਉਹ ਅਕਾਲ ਪੁਰਖ ਪਰਮਾਤਮਾ ਦੇ ਦਰਬਾਰ ਦੇ
ਦਰਸ਼ਨ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਬਾਕੀ ਜਿੰਨਾ ਕਿ ਮੈਂ ਸਮਝਾ ਸਕਿਆ, ਜਿੰਨੀ ਕੁ ਮੱਤ ਸੀ, ਕਿਉਂਕਿ ਗੁਰਬਾਣੀ ਇੱਕ ਸਮੁੰਦਰ ਦੀ ਨਿਆਈ ਹੈ ਤੇ ਮੱਤ ਇੱਕ ਬੂੰਦ ਕਿ ਜਿੰਨੀ ਹੈ। ਇੱਕ ਸਮੁੰਦਰ ਦਾ ਵਿਖਿਆਨ ਇੱਕ ਬੂੰਦ ਕਿਵੇਂ ਕਰ ਸਕਦੀ ਹੈ। ਸੋ ਟੂਕ ਮਾਤਰ ਅਰਥ ਸਮਝਣ ਦੀ ਆਪਾਂ ਕੋਸ਼ਿਸ਼ ਕਰਦੇ ਹਾਂ। ਕੱਲ੍ਹ ਨੂੰ 5 ਖੰਡਾਂ ਦਾ ਜ਼ਿਕਰ ਆਵੇਗਾ। ਬਸ ਮਕਸਦ ਕੀ ਹੈ ਬਾਣੀ ਨੂੰ ਸਮਝਣ ਦਾ, ਕਿ ਸਾਡੀ ਪ੍ਰਮਾਤਮਾ ਤੋਂ ਪਈ ਹੋਈ ਦੂਰੀ, ਕਿਉਂਕਿ ਸ਼ੁਰੂਆਤ ਕਿੱਥੋਂ ਹੋਈ ਸੀ? ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਕਿਵੇਂ ਸਾਡੀ ਕੂੜ ਦੀ ਪਾਲ ਟੁੱਟ ਜਾਵੇ, ਕਿਵੇਂ ਅਸੀਂ ਸਚਿਆਰ ਹੋਈਏ, ਕਿਵੇਂ ਸਾਡਾ ਆਤਮਾ ਤੇ ਪ੍ਰਮਾਤਮਾ ਦਾ ਮਿਲਾਪ ਹੋ ਜਾਵੇ, ਕਿਵੇਂ ਅਸੀਂ ਇੱਕ ਸਿੱਖ ਬਣ ਸਕੀਏ, ਕਿਵੇਂ ਅਸੀਂ ਇਹ ਜੀਵਨ ਦਾ ਆਨੰਦ ਪ੍ਰਾਪਤ ਕਰ ਸਕੀਏ। ਕੱਲ੍ਹ ਤੋਂ ਫਿਰ 5 ਖੰਡਾਂ ਦਾ ਜ਼ਿਕਰ ਆਵੇਗਾ। ਅੱਜ ਤੱਕ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਾਰੇ ਕਾਸੇ ਤੋਂ, ਦੇਵੀ ਦੇਵਤਿਆਂ ਤੋਂ, ਸਾਰੀਆਂ ਗੱਲਾਂ ਤੋਂ ਉੱਪਰ ਕਰਕੇ ਇੱਕ ਓੰਕਾਰ ਪਰਮਾਤਮਾ ਨਾਲ ਜੋੜ ਦਿੱਤਾ। ਇੱਥੋਂ ਅੱਗੇ ਦੀ ਗੱਲ ਫਿਰ ਆਪਾਂ ਕੱਲ੍ਹ ਕਰਾਂਗੇ। ਹੋਈਆਂ ਭੁੱਲਾਂ ਗਲਤੀਆਂ ਕਮੀਆਂ ਦੀ ਮਾफ़ੀ ਬਖਸ਼ਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।